ਹੈਲੋ एवरीवन, ਅੱਜ ਅਸੀਂ ਪੜ੍ਹਨ ਜਾ ਰਹੇ ਹਾਂ 6th ਲੈਸਨ ਜਿਸ ਦਾ ਨਾਮ ਹੈ ਮਾਊਂਟੇਨੀਅਰਸ। ਮਾਊਂਟੇਨੀਅਰਸ ਦਾ ਮਤਲਬ ਹੁੰਦਾ ਹੈ ਉਹ ਲੋਕ ਜਿਹੜੇ ਪਰਬਤਾਂ ਨੂੰ ਕਲਾਈਮ ਕਰਦੇ ਨੇ, ਪਰਬਤਾਂ ਦੇ ਉੱਤੇ ਚੜ੍ਹਦੇ ਨੇ। Mountain Everest is the highest point on the planet at 29,028 feet above sea level. ਮਾਊਂਟ ਐਵਰੈਸਟ ਜਿਹੜੀ ਹੈ ਉਹ ਸਾਡੇ ਪਲੈਨਟ 'ਤੇ, ਸਾਡੇ ਗ੍ਰਹਿ ਦੇ ਉੱਤੇ ਸੀ ਲੈਵਲ ਤੋਂ, ਸੀ ਲੈਵਲ ਕੀ ਹੁੰਦਾ ਹੈ? ਐਵਰੇਜ ਹਾਈਟ ਆਫ ਸੀ ਸਰਫੇਸ ਜਾਂ ਓਸ਼ਨ ਸਰਫੇਸ, ਜਿਹੜਾ ਸਮੁੰਦਰ ਹੈ ਉਸਦਾ ਜਿਹੜਾ ਪੱਧਰ ਹੁੰਦਾ ਹੈ ਉਹਨੂੰ ਸੀ ਲੈਵਲ ਕਹਿੰਦੇ ਨੇ। ਇਹਦੇ ਤੋਂ ਕਿੰਨੀ ਉੱਚੀ ਹੈ ਮਾਊਂਟ ਐਵਰੈਸਟ? 29,028 ਫੀਟ ਉੱਚੀ ਹੈ ਅਤੇ ਇਹ ਸਭ ਤੋਂ ਉੱਚਾ ਪੁਆਇੰਟ ਮੰਨਿਆ ਜਾਂਦਾ ਹੈ ਸਾਡੇ ਪਲੈਨਟ ਦੇ ਉੱਪਰ। ਫਾਰ ਮੈਨੀ ਪੀਪਲ ਰੀਚਿੰਗ ਮਾਊਂਟ ਐਵਰੈਸਟ ਪੀਕ ਇਜ਼ ਅ ਵਨਸ ਇਨ ਅ ਲਾਈਫ ਟਾਈਮ ਅਚੀਵਮੈਂਟ। ਬਹੁਤ ਸਾਰੇ ਲੋਕਾਂ ਦੇ ਲਈ ਮਾਊਂਟ ਐਵਰੈਸਟ ਚੋਟੀ ਉੱਤੇ ਚੜ੍ਹਨਾ, ਉੱਥੇ ਪਹੁੰਚਣਾ ਜਿਹੜਾ ਹੈ ਉਹ ਇੱਕ ਇਹੋ ਜਿਹੀ ਅਚੀਵਮੈਂਟ ਹੈ, ਪ੍ਰਾਪਤੀ ਹੈ, ਸਕਸੈਸ ਹੈ ਜਿਹੜੀ ਕਿ ਪੂਰੀ ਜ਼ਿੰਦਗੀ ਦੇ ਵਿੱਚ ਇੱਕ ਹੀ ਵਾਰ ਪਾਈ ਜਾ ਸਕਦੀ ਹੈ। ਦਿਸ ਕਾਈਂਡ ਆਫ ਫੀਟ ਰਿਕੁਆਇਰਸ ਹਿਊਜ ਫੰਡਸ, ਵੈਰੀ ਟਫ ਟ੍ਰੇਨਿੰਗ ਐਂਡ ਵੈਰੀ ਗੁੱਡ ਲੱਕ। ਇਸ ਤਰੀਕੇ ਦੀ ਜਿਹੜੀ ਫੀਟ ਹੈ ਉਸ ਨੂੰ ਰਿਕੁਆਇਰ ਹੁੰਦੀ ਹੈ, ਰਿਕੁਆਇਰ ਮਤਲਬ ਨੀਡ। ਉਸ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ? ਹਿਊਜ ਫੰਡਸ ਦੀ, ਬਹੁਤ ਜ਼ਿਆਦਾ ਪੈਸਿਆਂ ਦੀ ਲੋੜ ਹੁੰਦੀ ਹੈ। ਵੈਸੇ ਫੀਟ ਦਾ ਮਤਲਬ ਹੁੰਦਾ ਹੈ ਕੋਈ ਬਹੁਤ ਹੀ ਐਕਸਟਰਾ ਆਰਡੀਨਰੀ, ਸਕਿੱਲਫੁਲ ਅਤੇ ਡੇਅਰਿੰਗ ਐਕਸ਼ਨ, ਬਿਲਕੁਲ ਅਸਧਾਰਨ ਇਹੋ ਜਿਹਾ ਐਕਸ਼ਨ ਜਿਹਦੇ ਵਿੱਚ ਬਹੁਤ ਜ਼ਿਆਦਾ ਸਾਹਸ ਦੀ ਅਤੇ ਸਕਿੱਲ ਦੀ ਲੋੜ ਪੈਂਦੀ ਹੈ। ਅਤੇ ਮਾਊਂਟ ਐਵਰੈਸਟ 'ਤੇ ਚੜ੍ਹਨਾ ਵੀ ਇੱਕ ਫੀਟ ਹੀ ਹੈ, ਠੀਕ ਹੈ। ਅਤੇ ਉਸਦੇ ਲਈ ਜ਼ਰੂਰਤ ਹੈ ਹਿਊਜ ਫੰਡਸ ਦੀ, ਬਹੁਤ ਜ਼ਿਆਦਾ ਹਾਰਡ, ਡਿਫੀਕਲਟ, ਟਫ ਟ੍ਰੇਨਿੰਗ ਦੀ ਅਤੇ ਬਹੁਤ ਚੰਗੀ ਕਿਸਮਤ ਦੀ। ਦ ਫਸਟ ਪੀਪਲ ਟੂ ਸਟੈਂਡ ਔਨ ਦ ਟੋਪ ਆਫ ਐਵਰੈਸਟ ਵਰ ਅ ਲੋਕਲ ਕਲਾਈਮਰ Tenzing Norgay and Sir Edmund Hillary, a mountaineer from New Zealand in 1953. ਮਾਊਂਟੇਨੀਅਰ ਸੀਗੇ ਦੋ, ਟੈਂਜ਼ਿੰਗ ਨੌਰਗੇ ਤੇ ਸਰ ਐਡਮੰਡ ਹਿਲਰੀ, ਨਿਊਜ਼ੀਲੈਂਡ ਤੋਂ ਸੀ। ਇਹਨਾਂ ਨੇ 1953 ਦੇ ਵਿੱਚ ਸਭ ਤੋਂ ਪਹਿਲਾਂ ਕਲਾਈਮ ਕੀਤਾ ਸੀ ਮਾਊਂਟ ਐਵਰੈਸਟ ਨੂੰ। Since then, a lot of people have achieved this feat. Some of them are from India too. ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਇਸ ਫੀਟ ਨੂੰ ਅਚੀਵ ਕੀਤਾ ਹੈ, ਇਸ ਅਸਧਾਰਨ ਐਕਸ਼ਨ ਨੂੰ ਕਰਕੇ ਦਿਖਾਇਆ ਹੈ। ਉਹਨਾਂ ਵਿੱਚੋਂ ਕੁਝ ਲੋਕ ਜਿਹੜੇ ਨੇ ਉਹ ਇੰਡੀਆ ਨੂੰ ਵੀ ਬਿਲੋਂਗ ਕਰਦੇ ਨੇ। ਦ ਫਸਟ ਇੰਡੀਅਨ ਟੂ ਸਮਿਟ ਮਾਊਂਟ ਐਵਰੈਸਟ ਵਾਸ ਕੈਪਟਨ ਅਵਤਾਰ ਸਿੰਘ ਚੀਮਾ। ਜਿਹੜੇ ਫਸਟ ਇੰਡੀਅਨ ਸੀ ਜਿਨ੍ਹਾਂ ਨੇ ਮਾਊਂਟ ਐਵਰੈਸਟ ਦੇ ਟੌਪ 'ਤੇ ਜਿਹੜੇ ਚੜ੍ਹ ਪਾਏ ਸਨ, ਜਾ ਸਕੇ ਸਨ, ਉਹ ਸਨ ਅਵਤਾਰ ਸਿੰਘ ਚੀਮਾ। ਸਮਿਟ ਦਾ ਮਤਲਬ ਹੁੰਦਾ ਦ ਟੌਪ ਆਫ ਦ ਮਾਊਂਟੇਨ। ਔਨ May 20, 1965 ਇਹ ਉੱਥੇ ਕਦੋਂ ਪਹੁੰਚੇ ਸਨ? 20 ਮਈ 1965 ਨੂੰ। ਹੀ ਵਾਜ਼ ਅ ਕੈਪਟਨ ਇਨ ਦ 7th ਬਟਾਲੀਅਨ ਪੈਰਾਸ਼ੂਟ ਰੈਜੀਮੈਂਟ ਐਟ ਦੈਟ ਟਾਈਮ। ਇਹ ਜਿਹੜਾ BN ਲਿਖਿਆ ਹੈ ਇਹ ਸ਼ਾਰਟ 'ਚ ਲਿਖਿਆ ਹੈ ਬਟਾਲੀਅਨ ਨੂੰ। ਇਹ 7th ਬਟਾਲੀਅਨ ਪੈਰਾਸ਼ੂਟ ਰੈਜੀਮੈਂਟ ਦੇ ਕੈਪਟਨ ਹੋਇਆ ਕਰਦੇ ਸਨ ਉਸ ਸਮੇਂ। ਲੇਟਰ ਹੀ ਵਾਜ਼ ਪ੍ਰਮੋਟਡ ਟੂ ਦ ਪੋਸਟ ਆਫ ਏ ਕਰਨਲ। ਬਾਅਦ ਦੇ ਵਿੱਚ ਇਹਨਾਂ ਨੂੰ ਕਰਨਲ ਦੀ ਪੋਸਟ 'ਤੇ ਪ੍ਰਮੋਟ ਕੀਤਾ ਗਿਆ ਸੀ। ਹੀ ਵਾਜ਼ ਆਲਸੋ ਦ 16th ਪਰਸਨ ਇਨ ਦ ਵਰਲਡ ਟੂ ਸਕੇਲ ਦ ਪੀਕ। ਉਹ 16ਵੇਂ ਇਨਸਾਨ ਸਨ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਕਿ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚ ਸਕੇ ਸਨ। ਹੀ ਵਾਜ਼ ਅ ਪਾਰਟ ਆਫ ਦ 3rd ਇੰਡੀਅਨ ਐਕਸਪੀਡੀਸ਼ਨ ਲੈਡ ਬਾਈ ਕਮਾਂਡਰ MS ਕੋਹਲੀ ਐਂਡ ਅਦਰਸ। ਉਹ ਪਾਰਟ ਸਨ 3rd ਇੰਡੀਅਨ ਐਕਸਪੀਡੀਸ਼ਨ ਦਾ। ਐਕਸਪੀਡੀਸ਼ਨ ਦਾ ਮਤਲਬ ਹੁੰਦਾ ਹੈ ਲੌਂਗ ਜਰਨੀ ਫॉर ਅ ਸਪੈਸੀਫਿਕ ਪਰਪਸ, ਕਿਸੇ ਖਾਸ ਉਦੇਸ਼ ਨਾਲ ਸ਼ੁਰੂ ਕੀਤੀ ਜਾਣ ਵਾਲੀ ਜਰਨੀ, ਜਿਹਨੂੰ ਹਿੰਦੀ ਜਾਂ ਪੰਜਾਬੀ ਦੇ ਵਿੱਚ ਤੁਸੀਂ ਅਭਿਆਨ ਜਾਂ ਮੁਹਿੰਮ ਵੀ ਕਹਿ ਸਕਦੇ ਹੋ। ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਮਾਊਂਟ ਐਵਰੈਸਟ 'ਤੇ ਪਹੁੰਚਣ ਦੇ ਲਈ, ਜਿਸ ਦੇ ਕਮਾਂਡਰ ਕੌਣ ਸਨ? MS ਕੋਹਲੀ, ਜਿਨ੍ਹਾਂ ਦਾ ਪੂਰਾ ਨਾਮ ਸੀ ਮੋਹਨ ਸਿੰਘ ਕੋਹਲੀ। ਕੋਹਲੀ ਵਾਜ਼ ਐਨ ਆਫਿਸਰ ਇਨ ਦ ਇੰਡੋ ਤਿੱਬਤੀਅਨ ਬਾਰਡਰ ਪੁਲਿਸ। ਉਹ ਇੱਕ ਆਫਿਸਰ ਸਨ ਇੰਡੋ ਤਿੱਬਤਨ ਬਾਰਡਰ ਦੇ ਪੁਲਿਸ ਦੇ ਵਿੱਚ। ਬੋਥ ਚੀਮਾ ਐਂਡ ਕੋਹਲੀ ਵਰ ਫੈਲੀਸੀਟੇਟਡ ਬਾਈ ਦ ਇੰਡੀਅਨ ਗਵਰਨਮੈਂਟ ਵਿਦ ਅਰਜੁਨਾ ਅਵਾਰਡ। ਚੀਮਾ ਨੂੰ ਔਰ ਕੋਹਲੀ, ਅਵਤਾਰ ਸਿੰਘ ਚੀਮਾ ਅਤੇ MS ਕੋਹਲੀ ਦੋਨਾਂ ਨੂੰ ਹੀ ਫੈਲੀਸੀਟੇਟ ਕੀਤਾ ਗਿਆ ਸੀ। ਫੈਲੀਸੀਟੇਟ ਕਰਨ ਦਾ ਮਤਲਬ ਹੁੰਦਾ ਹੈ ਤਾਰੀਫ ਕਰਨਾ, ਮੁਬਾਰਕਬਾਦ ਦੇਣੀ ਜਾਂ ਸਨਮਾਨਿਤ ਕਰਨਾ, ਅਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਭਾਰਤ ਸਰਕਾਰ ਵੱਲੋਂ ਇਸੇ ਚੀਜ਼ ਦੇ ਲਈ ਅਰਜੁਨ ਅਵਾਰਡ ਦਿੰਦਿਆਂ ਹੋਇਆਂ। ਦੇ ਆਲਸੋ ਰਿਸੀਵਡ ਪਦਮ ਸ਼੍ਰੀ ਐਂਡ ਪਦਮ ਭੂਸ਼ਣ ਰਿਸਪੈਕਟਿਵਲੀ। ਉਹਨਾਂ ਨੂੰ ਹੋਰ ਵੀ ਅਵਾਰਡ ਪ੍ਰਾਪਤ ਹੋਏ ਸਨ, ਪਦਮ ਸ਼੍ਰੀ ਅਤੇ ਪਦਮ ਭੂਸ਼ਣ। ਇਹ ਦੋਨੋਂ ਇੱਕ ਨੂੰ ਨਹੀਂ ਮਿਲੇ ਸਨ। ਇੱਥੇ ਰਿਸਪੈਕਟਿਵਲੀ ਵਰਡ ਲਿਖਿਆ ਗਿਆ ਹੈ। ਰਿਸਪੈਕਟਿਵਲੀ ਮਤਲਬ ਇਹ ਲਾਈਨ ਵਾਈਜ਼ ਹੈ, ਕਿਉਂਕਿ ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀਗੀ ਨਾ ਚੀਮਾ ਅਤੇ ਕੋਹਲੀ ਦੀ, ਤਾਂ ਮਤਲਬ ਲਾਈਨ ਵਾਈਜ਼ ਹੀ ਦੇਖਣਾ ਹੈ ਕਿ ਚੀਮਾ ਨੂੰ ਮਿਲਿਆ ਸੀ ਪਦਮ ਸ਼੍ਰੀ ਅਤੇ ਕੋਹਲੀ ਨੂੰ ਮਿਲਿਆ ਸੀ ਪਦਮ ਭੂਸ਼ਣ।
ਕੋਹਲੀ ਵਾਜ਼ ਆਲਸੋ ਗਿਵਨ ਨਿਸ਼ਾਨੇ ਖਾਲਸਾ ਬਾਈ ਦੀ ਪੰਜਾਬ ਗਵਰਨਮੈਂਟ। ਪੰਜਾਬ ਸਰਕਾਰ ਵੱਲੋਂ ਕੋਹਲੀ ਜੀ ਨੂੰ ਹੋਰ ਵੀ ਕੀ ਦਿੱਤਾ ਗਿਆ ਸੀ? ਨਿਸ਼ਾਨੇ ਖਾਲਸਾ। A postal stamp was dedicated to the success of 1965 Everest expedition. ਐਵਰੈਸਟ ਦੀ ਲਈ ਜਿਹੜੀ ਯਾਤਰਾ ਸ਼ੁਰੂ ਕੀਤੀ ਗਈ ਸੀ ਲੰਬੀ 1965 ਦੇ ਵਿੱਚ, ਉਸ ਲਈ ਇੱਕ ਅਲੱਗ ਤੋਂ ਸਟੈਂਪ ਵੀ ਜਾਰੀ ਕੀਤੀ ਗਈ, ਡੈਡੀਕੇਟ ਕੀਤੀ ਗਈ, ਡਿਵੋਟ ਕੀਤੀ ਗਈ, ਸਮਰਪਿਤ ਕੀਤੀ ਗਈ ਸੀ। ਪੋਸਟਲ ਸਟੈਂਪ ਕੀ ਹੁੰਦੀ ਹੈ? ਡਾਕ ਟਿਕਟ ਹੁੰਦੀ ਹੈ। ਤੁਸੀਂ ਦੇਖਿਆ ਹੋਣਾ ਪਾਰਸਲਸ ਦੇ ਵਿੱਚ ਐਨਵੈਲਪ ਦੇ ਉੱਤੇ ਜਿਸ ਦੇ ਵਿੱਚ ਲੈਟਰਸ ਆਉਂਦੀਆਂ ਨੇ ਉਹਨਾਂ ਉੱਤੇ ਡਾਕ ਟਿਕਟਾਂ ਲਾਈਆਂ ਜਾਂਦੀਆਂ ਨੇ ਨਾ, ਉਹਦੇ ਵਿੱਚ ਜ਼ਿਆਦਾਤਰ ਆਪਾਂ ਇੰਡੀਆ ਦੇ ਕਲਚਰ ਨੂੰ ਜਾਂ ਇੰਡੀਆ ਦੇ ਜਿਹੜੀ ਅਚੀਵਮੈਂਟਸ ਪ੍ਰਾਪਤ ਕੀਤੀਆਂ ਨੇ ਉਹਨੂੰ ਹੀ ਦਿਖਾਇਆ ਜਾਂਦਾ ਹੈ। ਅਤੇ ਇਸੇ ਤਰੀਕੇ ਨਾਲ ਉਦੋਂ ਇਹ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ ਜਿੱਥੇ ਇਹ ਦਿਖਾਇਆ ਗਿਆ ਸੀਗਾ ਇਸ 1965 ਐਵਰੈਸਟ ਐਕਸਪੀਡੀਸ਼ਨ ਨੂੰ। ਕਲਾਈਮਿੰਗ ਐਵਰੈਸਟ ਪੀਕ ਇਜ਼ ਨਾਟ ਫॉर ਅਨਟ੍ਰੇਨਡ ਮਾਊਂਟੇਨੀਅਰਸ। ਐਵਰੈਸਟ ਦੀ ਚੋਟੀ ਨੂੰ ਕਲਾਈਮ ਕਰਨਾ ਅਨਟ੍ਰੇਨਡ ਮਤਲਬ ਜਿਨ੍ਹਾਂ ਨੂੰ ਟ੍ਰੇਨਿੰਗ ਨਹੀਂ ਮਿਲੀ ਹੋਈ ਹੈ, ਇਹੋ ਜਿਹੇ ਮਾਊਂਟੇਨੀਅਰਸ ਲਈ ਬਿਲਕੁਲ ਵੀ ਨਹੀਂ ਹੈ। ਇਟ ਇਜ਼ ਐਕਸਟ੍ਰੀਮਲੀ ਡੇਂਜਰਸ। ਐਕਸਟ੍ਰੀਮਲੀ ਮਤਲਬ ਬਹੁਤ ਜ਼ਿਆਦਾ, ਵੈਰੀ, ਇਹ ਬਹੁਤ ਜ਼ਿਆਦਾ ਡੇਂਜਰਸ ਹੈ। ਦ ਟਰੈਕ ਟੂ ਦ ਸਮਿਟ ਪੀਕ ਆਫ ਐਵਰੈਸਟ ਟੇਕ ਮੰਥਸ ਆਫ ਫਿਜ਼ੀਕਲ ਟ੍ਰੇਨਿੰਗ ਐਂਡ ਵੀਕਸ ਆਫ acclimatization and adjusting to the physical condition। ਟਰੈਕ ਦਾ ਮਤਲਬ ਹੁੰਦਾ ਹੈ ਲੌਂਗ ਹਾਰਡ ਵਾਕ, ਇੱਕ ਬਹੁਤ ਹੀ ਲੰਬੀ, ਬਹੁਤ ਹੀ ਡਿਫਿਕਲਟ ਵਾਕ ਜਿਸ ਨੂੰ ਕਈ ਹਫ਼ਤੇ ਲੱਗ ਸਕਦੇ ਹਨ ਅਤੇ ਅਕਸਰ ਇਹਨੂੰ ਪਹਾੜਾਂ ਦੇ ਉੱਤੇ ਕੀਤਾ ਜਾਂਦਾ ਹੈ, ਮਤਲਬ ਪਹਾੜੀ ਰਸਤਿਆਂ ਦੇ ਉੱਤੇ ਚੜ੍ਹ ਕੇ ਪਾਰ ਕੀਤਾ ਜਾਂਦਾ ਹੈ ਇਹੋ ਜਿਹੀ ਟਰੈਕ। ਤਾਂ ਮਾਊਂਟ ਐਵਰੈਸਟ ਤੱਕ ਪਹੁੰਚਣ ਲਈ, ਮਾਊਂਟ ਐਵਰੈਸਟ ਦੀ ਸਮਿਟ ਤੱਕ, ਸਮਿਟ ਮਤਲਬ ਹੁੰਦਾ ਹੈ ਪੀਕ, ਚੋਟੀ, ਉਹਦੀ ਚੋਟੀ ਤੱਕ ਪਹੁੰਚਣ ਦੇ ਲਈ ਜਿਹੜਾ ਟਰੈਕ ਹੈ, ਜਿਹੜੀ ਇਹ ਲੰਬੀ ਡਿਫਿਕਲਟ ਯਾਤਰਾ ਹੁੰਦੀ ਹੈ, ਇਸ ਨੂੰ ਕਈ ਮਹੀਨੇ ਲੱਗ ਜਾਂਦੇ ਹਨ ਇਸ ਦੇ ਲਈ ਫਿਜ਼ੀਕਲ ਟ੍ਰੇਨਿੰਗ ਕਰਨ ਦੇ ਲਈ, ਫਿਜ਼ੀਕਲ ਟ੍ਰੇਨਿੰਗ ਲੈਣ ਦੇ ਲਈ। ਅਤੇ ਉਸ ਤੋਂ ਬਾਅਦ ਉੱਥੋਂ ਦੀ ਫਿਜ਼ੀਕਲ ਕੰਡੀਸ਼ਨਸ, ਉੱਥੋਂ ਦਾ ਵਾਤਾਵਰਨ, ਵੈਦਰ, ਕਲਾਈਮੇਟ, ਉਹਦੇ ਨਾਲ ਐਡਜਸਟ ਕਰਨ ਨੂੰ ਅਤੇ ਅਕਲਮਾਟਾਈਜੇਸ਼ਨ ਕਰਨ ਨੂੰ। ਅਕਲਮਾਟਾਈਜੇਸ਼ਨ ਦਾ ਮਤਲਬ ਹੁੰਦਾ ਹੈ ਗੈਟਿੰਗ ਯੂਜ਼ ਟੂ ਨਿਊ ਕਲਾਈਮੇਟ ਔਰ ਵੈਦਰ। ਯੂਜ਼ ਟੂ ਹੋਣਾ, ਠੀਕ ਹੈ, ਹੈਬਿਟ ਬਣ ਪਾਉਣਾ ਨਵੇਂ ਵੈਦਰ ਦੇ ਅਕੋਰਡਿੰਗ, ਨਵੀਂ ਪਰਿਸਥਿਤੀਆਂ ਜਿਹੜੀ ਫਿਜ਼ੀਕਲ ਕੰਡੀਸ਼ਨਸ ਨੇ ਉਹਦੇ ਅਕੋਰਡਿੰਗ ਢਲਣ ਦੇ ਲਈ ਹਫ਼ਤੇ ਲੱਗ ਜਾਂਦੇ ਹਨ। ਕਲਾਈਮਰਸ ਨੀਡ ਟੂ ਗੈਟ ਯੂਜ਼ ਟੂ ਆਕਸੀਜਨ ਸਟਾਰਵਡ ਹਾਈਟਸ ਆਫ ਦ ਮਾਊਂਟੇਨ। ਤੁਸੀਂ ਇਹ ਗੱਲ ਸੁਣੀ ਹੋਣੀ ਹੈ ਕਿ ਜਿਵੇਂ ਜਿਵੇਂ ਹਾਈਟ ਵੱਧਦੀ ਜਾਂਦੀ ਹੈ ਪਹਾੜਾਂ 'ਤੇ, ਉੱਦਾਂ ਆਕਸੀਜਨ ਦੀ ਘਾਟ ਹੁੰਦੀ ਜਾਂਦੀ ਹੈ। ਸਟਾਰਵਡ ਦਾ ਵੈਸੇ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਦੀ, ਅਸੈਂਸ਼ੀਅਲ ਚੀਜ਼ ਦੀ ਕਮੀ ਹੋਣਾ, ਲੈਕ ਆਫ ਸਮਥਿੰਗ ਵੈਰੀ ਅਸੈਂਸ਼ੀਅਲ, ਠੀਕ ਹੈ। ਸਟਾਰਵਡ ਦਾ ਵੈਸੇ ਮੇਨ ਮਤਲਬ ਇਹ ਵੀ ਨਿਕਾਲਿਆ ਜਾਂਦਾ ਹੈ ਕਿ ਤੁਹਾਨੂੰ ਇੰਨਾ ਖਾਣਾ ਨਹੀਂ ਮਿਲ ਰਿਹਾ ਹੈ, ਇੰਨਾ ਫੂਡ ਨਹੀਂ ਮਿਲ ਰਿਹਾ ਜਿਹਦੀ ਵਜ੍ਹਾ ਦੇ ਨਾਲ ਤੁਸੀਂ ਭੁੱਖੇ ਰਹਿ ਰਹੇ ਹੋ, ਠੀਕ ਹੈ। ਪਰ ਆਕਸੀਜਨ ਸਟਾਰਵਡ ਦਾ ਮਤਲਬ ਹੈ ਆਕਸੀਜਨ ਦੀ ਕਮੀ ਹੋਣਾ, ਇਨਫ ਆਕਸੀਜਨ ਨਾ ਮਿਲ ਪਾਉਣਾ। ਤਾਂ ਜਿਹੜੇ ਕਲਾਈਮਰਸ ਨੇ ਉਹਨਾਂ ਨੂੰ ਆਦਤ ਪਾਉਣੀ ਪੈਂਦੀ ਹੈ, ਉਹਨਾਂ ਨੂੰ ਹੈਬਿਚੁਅਲ ਬਣਨਾ ਪੈਂਦਾ ਹੈ ਮਾਊਂਟੇਨਸ ਦੇ ਉੱਤੇ, ਹਾਈਟਸ ਦੇ ਵਿੱਚ, ਕਿ ਆਕਸੀਜਨ ਨਾ ਵੀ ਮਿਲੇ, ਘੱਟ ਵੀ ਮਿਲ ਰਹੀ ਹੋਵੇ ਤਾਂ ਵੀ ਉਹ ਉੱਥੇ ਸਰਵਾਈਵ ਕਰ ਪਾਉਣ। The route between 26,000 and 29,020 feet is called the death zone। ਮਤਲਬ ਜਦੋਂ ਬਿਲਕੁਲ ਹਾਈਟ 'ਤੇ ਪਹੁੰਚ ਜਾਂਦੇ ਨੇ ਲੋਕ 26,000 ਦੀ, ਅਤੇ ਉਸ ਤੋਂ ਬਾਅਦ ਐਂਡ ਤੱਕ 29,020 ਫੀਟ ਤੱਕ, ਉਦੋਂ ਤੱਕ ਦੇ ਰਸਤੇ ਨੂੰ ਕੀ ਕਿਹਾ ਜਾਂਦਾ ਹੈ? ਡੈਥ ਜ਼ੋਨ। ਡੈਥ ਜ਼ੋਨ ਤੁਸੀਂ ਸਮਝ ਗਏ ਹੋ ਕਿਉਂ ਕਿਹਾ ਜਾਂਦਾ ਹੈ, ਕਿਉਂਕਿ ਅਫਕੋਰਸ ਇੱਥੇ ਬਹੁਤ ਜ਼ਿਆਦਾ ਡੈਥ ਹੁੰਦੀਆਂ ਨੇ ਆਕਸੀਜਨ ਦੀ ਘਾਟ ਦੀ ਵਜ੍ਹਾ ਦੇ ਨਾਲ। ਐਟ ਦਿਸ ਹਾਈਟ ਦ ਬੋਡੀ ਕਾਂਟ ਗੈਟ ਇਨਫ ਆਕਸੀਜਨ ਐਂਡ ਬਿਗਨਸ ਟੂ ਡਾਈ ਮਿਨਟ ਬਾਈ ਮਿਨਟ। ਆਕਸੀਜਨ ਨਾ ਮਿਲਣ ਦੀ ਵਜ੍ਹਾ ਦੇ ਨਾਲ ਮਿਨਟ ਬਾਈ ਮਿਨਟ ਜਿਹੜੀ ਹੈ ਉਹ ਬੋਡੀ ਡਾਈ ਕਰਨਾ ਸ਼ੁਰੂ ਕਰ ਦਿੰਦੀ ਹੈ, ਮਤਲਬ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ। ਦਿਸ ਡਿਸਟੈਂਸ ਮਸਟ ਬੀ ਕਵਰਡ ਇਨ ਲੈਸ ਦੈਨ ਅ ਡੇ ਟੂ ਅਵੋਇਡ ਡੈਮੇਜ ਟੂ ਦ ਬੋਡੀ। ਇਹ ਜਿਹੜੀ ਡਿਸਟੈਂਸ ਹੈ ਉਹਨੂੰ ਇੱਕ ਦਿਨ ਤੋਂ ਘੱਟ ਦੇ ਵਿੱਚ ਕਵਰ ਕਰਨਾ ਹੀ ਪੈਂਦਾ ਹੈ ਤਾਂ ਕਿ ਬੋਡੀ ਨੂੰ ਘੱਟੋ ਘੱਟ ਡੈਮੇਜ ਹੋ ਸਕੇ, ਜ਼ਿਆਦਾ ਨੁਕਸਾਨ ਨਾ ਹੋਵੇ। ਇਨ ਸਪਾਈਟ ਆਫ ਸਚ ਡੇਂਜਰਸ, ਇੰਨੀ ਡੇਂਜਰਸ ਹੋਣ ਦੇ ਬਾਵਜੂਦ ਵੀ ਦ ਨੰਬਰ ਆਫ ਮਾਊਂਟੇਨੀਅਰਸ, ਜਿਹੜੇ ਪਰਬਤਾਂ 'ਤੇ ਚੜ੍ਹਨ ਵਾਲੇ ਨੇ, ਪਰਬਤਾਰੋਹੀ ਨੇ, ਉਹਨਾਂ ਦੀ ਜਿਹੜੀ ਗਿਣਤੀ ਹੈ ਮਾਊਂਟ ਐਵਰੈਸਟ 'ਤੇ ਹੈਜ਼ ਬਿਨ ਇਨਕਰੀਜ਼ਿੰਗ, ਉਹ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਇਟ ਹੈਜ਼ ਇਨਕਰੀਜ਼ਡ ਸੋ ਮਚ, ਇਹ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਹੈ ਦੈਟ ਦ ਕਲਾਈਮਰਸ ਹੈਵ ਟੂ ਵੇਟ ਫॉर ਆਵਰਸ, ਕਿ ਜਿਹੜੇ ਚੜ੍ਹਨ ਵਾਲੇ ਨੇ ਉਹਨਾਂ ਨੂੰ ਕਈ ਘੰਟਿਆਂ ਤੱਕ ਵੇਟ ਕਰਨੀ ਪੈਂਦੀ ਹੈ ਫॉर देयर ਟਰਨ, ਤਾਂ ਕਿ ਉਹਨਾਂ ਦੀ ਵਾਰੀ ਆ ਸਕੇ ਟੂ ਸਟੈਂਡ ਅਟੋਪ ਦ ਪੀਕ। ਅਟੋਪ ਗਲਤੀ ਨਾਲ ਨਹੀਂ ਲਿਖਿਆ ਹੋਇਆ ਕਿ ਇਹ ਤੇ ਟੌਪ ਹੈ, ਨਹੀਂ, ਅਟੋਪ ਦਾ ਮਤਲਬ ਹੁੰਦਾ ਹੈ ਔਨ ਦ ਟੌਪ ਆਫ। ਉਹਨਾਂ ਨੂੰ ਘੰਟਿਆਂ ਤੱਕ ਵੇਟ ਕਰਨੀ ਪੈਂਦੀ ਹੈ ਤਾਂ ਕਿ ਉਹ ਵੇਟ ਕਰਦੇ ਰਹਿੰਦੇ ਨੇ ਤਾਂ ਕਿ ਉਹ ਵੀ ਪੀਕ ਦੇ ਉੱਤੇ ਚੜ੍ਹ ਸਕਣ, ਟੌਪ ਆਫ ਦ ਪੀਕ ਚੜ੍ਹ ਸਕਣ, ਖੜੇ ਹੋ ਸਕਣ।
This extra time in the death zone also increases the danger. ਇਹ ਜਿਹੜਾ ਐਕਸਟਰਾ ਟਾਈਮ ਹੈ ਜਿਹੜਾ ਉਹਨੂੰ ਖੜਨਾ ਪੈਂਦਾ ਹੈ, ਵੇਟ ਕਰਨੀ ਪੈਂਦੀ ਹੈ, ਇਹ ਡੈਥ ਜ਼ੋਨ ਨੂੰ ਹੋਰ ਜ਼ਿਆਦਾ ਵਧਾ ਦਿੰਦਾ ਹੈ। ਮਤਲਬ ਉਦੋਂ ਵੀ ਡੈਥ ਹੋਣ ਦਾ ਖਤਰਾ ਲੱਗਿਆ ਰਹਿੰਦਾ ਹੈ, ਵੱਧਦਾ ਰਹਿੰਦਾ ਹੈ। ਬਟ ਇਟ ਡਜ਼ ਨੋਟ ਡਿਟਰ ਦੇਅਰ ਐਡਵੈਂਚਰਸ ਸਪਿਰਿਟ। ਪਰ ਇਹ ਚੀਜ਼ ਵੀ ਡਿਟਰ ਨਹੀਂ ਕਰ ਪਾਉਂਦੀ, ਸਟਾਪ ਨਹੀਂ ਕਰ ਪਾਉਂਦੀ ਹੈ ਉਹਨਾਂ ਦੀ ਐਡਵੈਂਚਰਸ ਸਪਿਰਿਟ ਨੂੰ। ਐਡਵੈਂਚਰਸ ਸਪਿਰਿਟ ਦਾ ਮਤਲਬ ਹੁੰਦਾ ਹੈ ਬੋਲਡ, ਕਰੀਜੀਅਸ, ਡੇਅਰਿੰਗ ਮਾਈਂਡਸੈਟ। ਬਹੁਤ ਹੀ ਜ਼ਿਆਦਾ ਤੁਸੀਂ ਜਦੋਂ ਹਿੰਮਤ ਵਾਲੇ ਹੁੰਦੇ ਹੋ, ਡਰਦੇ ਨਹੀਂ ਹੋ, ਰਿਸਕ ਲੈਣ ਲਈ ਤਿਆਰ ਹੁੰਦੇ ਹੋ, ਨਵੇਂ ਨਵੇਂ ਐਕਸਪੀਰੀਅੰਸ ਕਰਨ ਦੇ ਲਈ ਰੈਡੀ ਰਹਿੰਦੇ ਹੋ, ਉਹਨੂੰ ਐਡਵੈਂਚਰਸ ਕਹਿੰਦੇ ਹਨ। ਠੀਕ ਹੈ, ਅਤੇ ਉਹਨਾਂ ਦੀ ਇਸੇ ਐਡਵੈਂਚਰਸ ਸਪਿਰਿਟ ਨੂੰ ਉਹ ਜਿਹੜਾ ਮਰਨ ਦਾ ਖਤਰਾ ਹੈ ਉਹ ਵੀ ਡਿਟਰ ਨਹੀਂ ਕਰ ਪਾਉਂਦਾ ਹੈ, ਨਹੀਂ ਰੋਕ ਪਾਉਂਦਾ ਹੈ। ਫਸਟ ਕੁਐਸਚਨ ਸੀਗਾ ਕਿ ਫਸਟ ਇੰਡੀਅਨ ਕੌਣ ਸੀ ਜਿਨ੍ਹਾਂ ਨੇ ਕਲਾਈਮ ਕੀਤਾ ਸੀ ਐਵਰੈਸਟ ਨੂੰ, ਤਾਂ ਤੁਸੀਂ ਆਨਸਰ ਦੇ ਵਿੱਚ ਲਿਖੋਗੇ ਅਵਤਾਰ ਸਿੰਘ ਚੀਮਾ। ਫਿਰ ਨੈਕਸਟ ਕੁਐਸਚਨ ਸੀ ਹੂ ਲੈਡ ਦ 1965 ਇੰਡੀਅਨ ਐਕਸਪੈਡੀਸ਼ਨ ਟੂ ਮਾਊਂਟ ਐਵਰੈਸਟ, ਤਾਂ ਉਹਦਾ ਆਨਸਰ ਆਏਗਾ MS ਕੋਹਲੀ। ਥਰਡ ਸੀਗਾ ਵੈਨ ਡਿਡ ਦ ਫਸਟ ਇੰਡੀਅਨ ਰੀਚ ਦ ਪੀਕ, ਜਿਹੜੇ ਫਸਟ ਇੰਡੀਅਨ ਸੀ ਉਹਨਾਂ ਨੇ ਪੀਕ ਉੱਤੇ ਕਦੋਂ ਚੜ੍ਹ ਪਾਏ ਸੀ, ਤਾਂ ਉਹਦਾ ਆਨਸਰ ਆਏਗਾ May 20, 1965। ਫਿਰ ਹੈ ਵਿਚ ਅਵਾਰਡਸ ਡਿਡ ਕੈਪਟਨ ਚੀਮਾ ਰਿਸੀਵ, ਕੈਪਟਨ ਚੀਮਾ ਨੂੰ ਕਿਹੜੇ ਕਿਹੜੇ ਅਵਾਰਡ ਮਿਲੇ ਸਨ, ਤਾਂ ਆਨਸਰ ਹੈ ਪਦਮ ਸ਼੍ਰੀ ਤੇ ਅਰਜਨ ਅਵਾਰਡ। ਫਿਫਥ ਕੁਐਸਚਨ ਹੈ ਵਟ ਇਜ਼ ਦ ਆਕਸੀਜਨ ਸਟਾਰਵਡ ਏਰੀਆ ਆਫ ਮਾਊਂਟੇਨਸ ਕਾਲਡ, ਤਾਂ ਆਨਸਰ ਹੈ ਡੈਥ ਜ਼ੋਨ।